जी आਇਆਂ ਨੂੰ ਪਿਆਰੇ ਵਿਦਿਆਰਥੀਓ 7ਵੀਂ ਜਮਾਤ ਦੀ ਅੰਗਰੇਜ਼ੀ ਦੀ ਕਿਤਾਬ ਮਾਈ ਇੰਗਲਿਸ਼ ਕੰਪੇਨੀਅਨ ਉਸਦਾ ਲੈਸਨ ਨੰਬਰ 12 ਹਚੀਕੋ ਦੀ ਵਰਲਡਸ ਮੋਸਟ ਲਾਇਲ ਡੌਗ ਅਰਥਾਤ ਹਚੀਕੋ ਇਹ ਕੁੱਤੇ ਦਾ ਨਾਮ ਹੈ ਉਸ ਪਾਲਤੂ ਕੁੱਤੇ ਦਾ ਹਚੀਕੋ ਦੀ ਵਰਲਡਸ ਮੋਸਟ ਲਾਇਲ ਡੌਗ ਅਰਥਾਤ ਦੁਨੀਆ ਦਾ ਸਭ ਤੋਂ ਵੱਧ ਵਫਾਦਾਰ ਕੁੱਤਾ। ਸੋ ਬੜੀ ਹੀ ਬੱਚਿਓ ਪਿਆਰੀ ਦਿਲ ਨੂੰ ਛੂ ਲੈਣ ਵਾਲੀ ਇਹ ਕਹਾਣੀ ਅਸਲ ਵਿੱਚ ਕਹਿੰਦੇ ਆ ਕਿ ਇਹ ਅਸਲ ਸਟੋਰੀ ਹੈ, ਇਹ ਕਾਲਪਨਿਕ ਕਹਾਣੀ ਨਹੀਂ ਹੈ, ਇਹ ਅਸਲੀ ਕਹਾਣੀ ਹੈ ਤੇ ਬੜੀ ਹੀ ਮਜ਼ੇਦਾਰ ਹੈ। ਜਿਨ੍ਹਾਂ ਨੇ ਘਰ 'ਚ ਕੁੱਤਾ ਰੱਖਿਆ ਹੋਏਗਾ ਉਹਨਾਂ ਨੂੰ ਤੇ ਬਹੁਤ ਪਸੰਦ ਆਏਗੀ ਤੇ ਮੈਂ ਭਾਵੇਂ ਕੋਈ ਕੁੱਤਾ ਨਹੀਂ ਰੱਖਿਆ ਪਰ ਜਦੋਂ ਮੈਂ ਕਹਾਣੀ ਪੜ੍ਹੀ ਮੈਨੂੰ ਵੀ ਇਹ ਬਹੁਤ ਚੰਗੀ ਲੱਗੀ। ਸੋ ਮੈਂ ਆਸ ਕਰਦਾ ਤੁਸੀਂ ਵੀ ਇਹ ਬਹੁਤ ਪਸੰਦ ਕਰੋਗੇ। ਸੋ ਤੁਹਾਡਾ ਲੈਸਨ ਤੇ ਹੈਗਾ ਹੀ ਹੈ, ਸੋ ਨਾਲ ਤੁਸੀਂ ਇਹਦਾ ਆਨੰਦ ਲਵੋ ਤੇ ਨਾਲ ਆਪਣੀ ਪੜ੍ਹਾਈ ਦੀ ਵੀ ਤਿਆਰੀ ਕਰੋ। ਸੋ ਇਸ ਲੈਸਨ ਦੀ ਰੀਡਿੰਗ ਅਤੇ ਐਕਸਪਲੇਨੇਸ਼ਨ ਉਹਦੇ ਅਰਥ ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ। ਬੜੇ ਧਿਆਨ ਦੇ ਨਾਲ ਸੁਣੋ ਤੇ ਜਿਹੜੇ ਨਵੇਂ ਸ਼ਬਦ ਆਉਣਗੇ ਉਹਨਾਂ ਦੇ ਅਰਥ ਤੁਸੀਂ ਆਪਣੀ ਨੋਟਬੁੱਕ ਵਿੱਚ ਉਤਾਰ ਲੈਣੇ ਨੇ। ਤੇ ਇਸੇ ਚੈਨਲ ਦੇ ਉੱਤੇ 7th ਮੈਥ ਦੀ ਇੱਕ ਹੋਰ ਪਲੇਲਿਸਟ ਹੈ ਜਿਹਦੇ ਵਿੱਚ ਤੁਹਾਡੀ ਗਣਿਤ ਦੀ ਕਿਤਾਬ ਦੇ ਸਾਰੇ ਸਵਾਲ ਹੱਲ ਕਰਕੇ ਪਾਏ ਜਾ ਰਹੇ ਨੇ। ਸੋ ਤੁਸੀਂ ਮੈਥ ਦਾ ਤੁਹਾਡੀਆਂ ਲੋੜਾਂ ਵੀ ਇਸੇ ਚੈਨਲ ਤੋਂ ਪੂਰੀਆਂ ਹੋ ਜਾਣਗੀਆਂ। ਸੋ ਆਓ ਸ਼ੁਰੂ ਕਰੀਏ ਇਸ ਲੈਸਨ ਦੀ ਰੀਡਿੰਗ ਅਤੇ ਐਕਸਪਲੇਨੇਸ਼ਨ। ਹਚੀਕੋ ਦੀ ਵਰਲਡਸ ਮੋਸਟ ਲਾਇਲ ਡੌਗ ਹਚੀਕੋ। ਠੀਕ ਹੈ, ਕਹਿੰਦੇ ਦੀ ਡੌਗ ਵਾਜ਼ ਮੋਰ ਦੈਨ ਜਸਟ ਅ ਪੈਟ। ਪੈਟ ਹੁੰਦਾ ਬੱਚੋ ਪਾਲਤੂ ਜਾਨਵਰ। ਸੋ ਜਦੋਂ ਇੱਦਾਂ ਕਹਿਣਾ ਹੋਵੇ ਵਾਜ਼ ਮੋਰ ਦੈਨ ਜਸਟ ਅ ਪੈਟ ਵੀ ਉਹ ਸਿਰਫ ਇੱਕ ਪਾਲਤੂ ਕੁੱਤਾ ਹੀ ਨਹੀਂ ਸੀ, ਅਰਥਾਤ ਪਾਲਤੂ ਕੁੱਤੇ ਤੋਂ ਕਿਤੇ ਉੱਪਰ ਬਹੁਤ ਕੁਝ ਸੀ। ਦੀ ਡੌਗ ਵਾਜ਼ ਮੋਰ ਦੈਨ ਜਸਟ ਅ ਪੈਟ ਮਤਲਬ ਪਾਲਤੂ ਜਾਨਵਰ ਤੇ ਬੜੇ ਸਾਰੇ ਹੁੰਦੇ ਨੇ ਪਰ ਕਹਿੰਦੇ ਇਹਦੇ 'ਚ ਐਸੀ ਖਾਸ ਗੱਲ ਸੀ ਕਿ ਅਸੀਂ ਉਹਨੂੰ ਸਿਰਫ ਇੱਕ ਪਾਲਤੂ ਕੁੱਤਾ ਨਹੀਂ ਕਹਿ ਸਕਦੇ ਸੀ, ਉਹ ਉਸ ਤੋਂ ਵੱਧ ਹੋਰ ਬਹੁਤ ਕੁਝ ਸੀ। ਕੀ ਸੀ? ਹੀ ਵਾਜ਼ ਅ ਟਰੂ ਕੰਪੇਨੀਅਨ। ਉਹ ਸੱਚਾ ਸਾਥੀ ਸੀ। ਟਰੂ ਮੈਨੇ ਸੱਚਾ, ਕੰਪੇਨੀਅਨ ਮੈਨੇ ਸਾਥੀ। ਉਹ ਇੱਕ ਸੱਚਾ ਸਾਥੀ ਸੀ। ਹੀ ਵਾਜ਼ ਵੈਰੀ ਲਾਇਲ। ਲਾਇਲ ਦਾ ਮਤਲਬ ਹੁੰਦਾ ਹੈ ਵਫਾਦਾਰ ਤੇ ਫੇਥਫੁਲ ਦਾ ਮਤਲਬ ਹੁੰਦਾ ਹੈ ਅਸੀਂ ਕਹਿ ਸਕਦੇ ਹਾਂ ਸ਼ਰਧਾਲੂ ਵੀ ਕਹਿ ਸਕਦੇ ਹਾਂ, ਭਰੋਸੇਯੋਗ ਵੀ ਕਹਿ ਸਕਦੇ ਹਾਂ, ਵਿਸ਼ਵਾਸ ਪਾਤਰ ਵੀ ਕਹਿ ਸਕਦੇ ਹਾਂ। ਠੀਕ ਹੈ, ਸੋ ਉਹ ਬੜਾ ਵਫਾਦਾਰ ਅਤੇ ਭਰੋਸੇਯੋਗ ਸੀ। ਐਵਰੀ ਡੇ ਹਰ ਰੋਜ਼ ਹਚੀਕੋ ਵੁੱਡ ਗ੍ਰੀਟ ਹਿਜ਼ ਹਿਊਮਨ ਫਰੈਂਡ। ਹਚੀਕੋ ਜਿਹੜਾ ਸੀਗਾ ਉਹ ਆਪਣੇ ਇਨਸਾਨੀ ਦੋਸਤ, ਜੋ ਉਹਦਾ ਜਾਨਵਰਾਂ ਦੇ ਵੀ ਆਪਣੇ ਕੋਈ ਮਿੱਤਰ ਹੁੰਦੇ ਹੋਣਗੇ ਪਰ ਇੱਥੇ ਹਿਊਮਨ ਫਰੈਂਡ ਦਾ ਮਤਲਬ ਜੋ ਉਹਦਾ ਮਾਲਿਕ ਸੀ ਜਿਹਨੇ ਉਹਨੂੰ ਪਾਲਿਆ ਹੋਇਆ ਸੀ ਉਹਨੂੰ ਗ੍ਰੀਟ ਮਤਲਬ ਕਿ ਉਹਨੂੰ ਮਿਲਦਾ ਸੀਗਾ, ਉਹਨੂੰ ਹੈਲੋ ਹਾਈ ਕਰਦਾ ਸੀਗਾ। ਹਿਜ਼ ਮਾਸਟਰ ਉਹਦਾ ਮਾਲਿਕ ਸੀ ਜੋ। ਆ ਰੂਟੀਨ ਦੀ ਫੇਥਫੁਲ ਡੌਗ ਕੈਪਟ, ਉਹ ਨੇਮ ਜਿਹੜਾ ਸੀਗਾ ਉਸ ਵਫਾਦਾਰ ਭਰੋਸੇਯੋਗ ਕੁੱਤੇ ਨੇ ਸਾਂਭ ਕੇ ਰੱਖਿਆ, ਉਸ ਨੇਮ ਦੀ ਪੂਰੀ ਪਾਲਣਾ ਕੀਤੀ। ਈਵਨ ਆਫਟਰ ਹਿਜ਼ ਓਨਰਸ ਡੈਥ, ਆਪਣੇ ਮਾਲਿਕ ਦੀ ਮੌਤ ਦੇ ਮਗਰੋਂ ਵੀ। ਐਸੀ ਹੈ ਕੁੱਤੇ ਨੇ ਦੁਨੀਆ ਤੇ ਕਮਾਲ ਦੀ ਮਿਸਾਲ ਪੈਦਾ ਕੀਤੀ। ਕਹਿੰਦੇ ਆ ਗੋਲਡਨ ਬਰਾਊਨ ਅਰਥਾਤ ਸੁਨਹਿਰੀ ਭੂਰਾ ਰੰਗ ਆਫ ਅਕੀਟਾ ਬਰੀਡ। ਅਕੀਟਾ ਬੱਚਿਓ ਬਰੀਡ ਦਾ ਨਾਮ ਹੈ, ਬਰੀਡ ਮਨ ਦਾ ਨਸਲ। ਅਕੀਟਾ ਇੱਕ ਜਾਪਾਨੀ ਕੁੱਤਿਆਂ ਦੀ ਨਸਲ ਦਾ ਨਾਮ ਹੈ, ਅਰਥਾਤ ਜਾਪਾਨੀ ਜਿਹੜੀ ਅਕੀਟਾ ਨਸਲ ਹੈ ਉਹਦਾ ਇੱਕ ਸੁਨਹਿਰੀ ਬਰਾਊਨ ਕੁੱਤਾ ਹਚੀਕੋ ਵਾਜ਼ ਬੋਰਨ ਔਨ ਨਵੰਬਰ 10, 1923 ਅਰਥਾਤ 10 ਨਵੰਬਰ 1923 ਨੂੰ ਇਨ ਅ ਫਾਰਮ ਇਨ ਜਾਪਾਨ, ਜਾਪਾਨ ਦੇ ਇੱਕ ਖੇਤ ਵਿੱਚ ਇਹ ਜਨਮਿਆ ਸੀ ਹਚੀਕੋ ਜਿਹੜਾ ਸੀ। ਇਨ 1924 ਮਤਲਬ ਇੱਕ ਸਾਲ ਮਗਰੋਂ ਹੀ ਜਾਂ ਅਗਲੇ ਕੁਛ ਮਹੀਨਿਆਂ ਮਗਰੋਂ ਹੀ, ਇਹ 24 ਨਵੰਬਰ ਹੈ ਸੋ ਜਨਵਰੀ ਵਿੱਚ 2 ਮਹੀਨਿਆਂ ਮਗਰੋਂ ਹੀ, 2 ਮਹੀਨਿਆਂ ਤੋਂ ਘੱਟ ਮਗਰੋਂ ਹੀ ਅਗਲਾ ਸਾਲ ਚੜ੍ਹ ਗਿਆ। ਸੋ ਇਨ 1924 ਪ੍ਰੋਫੈਸਰ ਹਾਈਟਸਾ ਬਿਊਰੋਇਨੋ ਐਡੋਪਟਿਡ ਹਚੀਕੋ। 1924 ਵਿੱਚ ਅਰਥਾਤ ਕੁਛ ਮਹੀਨਿਆਂ ਮਗਰੋਂ ਹੀ ਕਹਿ ਸਕਦੇ ਹਾਂ, 2-3 ਮਹੀਨਿਆਂ ਮਗਰੋਂ, ਜਦੋਂ ਵਾਲੇ ਛੋਟਾ ਬੱਚਾ ਹੀ ਸੀ, ਉਹ ਪੱਪੀ ਸੀ ਹਾਲੇ। ਪ੍ਰੋਫੈਸਰ ਹਾਈਟਸਾ ਬਿਊਰੋਇਨੋ ਇਹ ਨਾਮ ਹੈ, ਜਾਪਾਨੀ ਨਾਮ ਨੇ ਬੱਚਿਓ। ਹੁਣ ਉਚਾਰਨ ਵਿੱਚ ਗਲਤੀਆਂ ਹੋ ਸਕਦੀਆਂ ਨੇ ਕਿਉਂਕਿ ਇਹ ਪ੍ਰੋਪਰ ਨਾਊਨ ਨੇ। ਮੈਨੂੰ ਨਹੀਂ ਪਤਾ ਇਹ ਕਿੱਦਾਂ ਜਾਪਾਨੀ ਲੋਕ ਇਹਨਾਂ ਨਾਂ ਨੂੰ ਕਿੱਦਾਂ ਬੋਲਦੇ ਨੇ, ਤੁਸੀਂ ਮਾੜੇ ਸਪੈਲਿੰਗ ਯਾਦ ਕਰ ਲਿਓ। ਹਾਈਟਸਾ ਬਿਊਰੋਇਨੋ ਅਡੋਪਟਿਡ, ਅਡੋਪਟ ਹੁੰਦਾ ਬੱਚਿਓ ਗੋਦ ਲੈਣਾ ਜਾਂ ਉਹਨੂੰ ਅਪਣਾਉਣਾ। ਉਹਨੇ ਅਪਣਾ ਲਿਆ ਅਰਥਾਤ ਉਸ ਕੁੱਤੇ ਨੂੰ ਪੱਪੀ ਨੂੰ ਲੈ ਲਿਆ। ਅਡੋਪਟਿਡ ਹਚੀਕੋ ਐਂਡ ਬ੍ਰੌਟ ਹਿਮ ਅਤੇ ਉਹਨੂੰ ਲੈ ਕੇ ਆਇਆ ਟੂ ਲਿਵ ਵਿਦ ਹਿਮ ਆਪਣੇ ਨਾਲ ਰਹਿਣ ਲਈ। ਕਿੱਥੇ? ਇਨ ਸ਼ਿਬੂਆ, ਸ਼ਿਬੂਆ ਉਸ ਕਸਬੇ ਦਾ ਨਾਮ ਹੈ
a small town, एक छोटा शहर, in the neighborhood of Tokyo। ਟੋਕੀਓ ਬੱਚਿਓ ਬਹੁਤ ਵੱਡਾ ਸ਼ਹਿਰ ਹੈ ਅਤੇ ਜਾਪਾਨ ਦੀ ਰਾਜਧਾਨੀ ਹੈ। ਜਿਵੇਂ ਸਾਡੇ ਦੇਸ਼ ਦੀ ਭਾਰਤ ਦੀ ਰਾਜਧਾਨੀ ਦਿੱਲੀ ਹੈ, ਉੱਦਾਂ ਜਾਪਾਨ ਦੀ ਟੋਕੀਓ ਹੈਗੀ ਹੈ। ਤੇ ਨੇਬਰਹੁੱਡ ਦਾ ਗਵਾਂਢ, ਅਰਥਾਤ ਟੋਕੀਓ ਦੇ ਗਵਾਂਢ ਵਿੱਚ ਇੱਕ ਛੋਟਾ ਕਸਬਾ ਸ਼ਿਬੂਆ ਵਿਖੇ ਉਹ ਉਹਨੂੰ ਲੈ ਆਇਆ ਆਪਣੇ ਨਾਲ ਰਹਿਣ ਲਈ। ਕੌਣ? ਪ੍ਰੋਫੈਸਰ ਹਾਇਟਸਾਬੂਰੋ ਊਨੋ। ਕਹਿੰਦੇ ਪ੍ਰੋਫੈਸਰ ਹਾਇਟਸਾਬੂਰੋ ਟੌਟ, ਟੌਟ ਮੈਨੇ ਪੜ੍ਹਾਉਂਦਾ ਸੀ, ਟੀਚ ਮੈਨੇ ਟੀਚ, ਟੌਟ ਟੌਟ, ਟੀਚ ਪੜ੍ਹਾਉਣਾ, ਟੌਟ ਮੈਨੇ ਪੜ੍ਹਾਉਂਦਾ ਸੀ। ਇਨ ਦੀ ਐਗਰੀਕਲਚਰ ਡਿਪਾਰਟਮੈਂਟ, ਡਿਪਾਰਟਮੈਂਟ ਦਾ ਉਹਨਾਂ ਦਾ ਮਹਿਕਮਾ ਐਗਰੀਕਲਚਰ, ਖੇਤੀਬਾੜੀ ਜਿੱਦਾਂ ਸਾਡੇ ਪੰਜਾਬ 'ਚ ਲੁਧਿਆਣੇ 'ਚ PAU ਹੈਗੀ ਹੈ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹੈ ਨਾ। ਸੋ ਖੇਤੀਬਾੜੀ ਦੇ ਮਹਿਕਮੇ ਵਿੱਚ, ਕਿਹੜੇ ਮਹਿਕਮੇ ਵਿੱਚ? ਟੋਕੀਓ ਇੰਪੀਰੀਅਲ ਯੂਨੀਵਰਸਿਟੀ, ਅਰਥਾਤ ਟੋਕੀਓ ਦੀ ਜਿਹੜੀ ਇੰਪੀਰੀਅਲ ਯੂਨੀਵਰਸਿਟੀ ਸੀ ਉਹਦੇ ਖੇਤੀਬਾੜੀ ਦੇ ਮਹਿਕਮੇ ਵਿੱਚ ਉਹ ਪੜ੍ਹਾਉਂਦਾ ਸੀ। ਪ੍ਰੋਫੈਸਰ ਹਾਇਟਸਾਬੂਰੋ ਊਨੋ ਉਹ ਉਹਨੂੰ ਆਪਣੇ ਨਾਲ ਸ਼ਿਬੂਆ, ਜਿੱਥੇ ਪ੍ਰੋਫੈਸਰ ਰਹਿੰਦਾ ਸੀ, ਰਹਿਣ ਲਈ ਹਚੀਕੋ ਨੂੰ ਲੈ ਆਇਆ। ਐਵਰੀ ਮਾਰਨਿੰਗ, ਹਰ ਸਵੇਰ, ਦੀ ਪ੍ਰੋਫੈਸਰ ਵੁੱਡ ਵਾਕ ਟੂ ਦੀ ਸ਼ਿਬੂਆ ਰੇਲਵੇ ਸਟੇਸ਼ਨ। ਜਿਹੜਾ ਪ੍ਰੋਫੈਸਰ ਸੀਗਾ ਉਹ ਸ਼ਿਬੂਆ ਰੇਲਵੇ ਸਟੇਸ਼ਨ ਤੇ ਤੁਰ ਕੇ ਜਾਂਦਾ ਸੀ। ਐਂਡ ਹਚੀਕੋ ਵੁੱਡ ਆਲਸੋ ਗੋ ਵਿਦ ਹਿਮ, ਅਤੇ ਹਚੀਕੋ ਜਿਹੜਾ ਉਹ ਕੁੱਤਾ ਸੀ ਉਹ ਵੀ ਉਹਦੇ ਨਾਲ ਜਾਂਦਾ ਸੀ। ਟੂ ਸੀ ਹਿਜ਼ ਮਾਸਟਰ ਟੇਕ ਦੀ ਟ੍ਰੇਨ ਟੂ ਵਰਕ, ਆਪਣੇ ਮਾਲਿਕ ਨੂੰ ਗੱਡੀ ਤੇ ਚੜਾਉਣ ਲਈ। ਅਰਥਾਤ ਸੀ ਹਿਜ਼ ਮਾਸਟਰ, ਪੰਜਾਬੀ 'ਚ ਤੇ ਅਸੀਂ ਪੰਜਾਬੀ 'ਚ ਕਹਿੰਦੇ ਹਾਂ ਵੀ ਚੜਾਉਣ ਲਈ, ਵੀ ਉਹਨੂੰ ਗੱਡੀ ਚੜਾ ਕੇ ਮੁੜੇ ਆਉਂਦਾ ਸੀਗਾ। ਤੇ ਅੰਗਰੇਜ਼ੀ 'ਚ ਕਹਿੰਦੇ ਆ ਟੂ ਸੀ ਹਿਜ਼ ਮਾਸਟਰ ਟੇਕ ਦੀ ਟ੍ਰੇਨ ਟੂ ਵਰਕ, ਉਹ ਨਾਲ ਜਾਂਦਾ ਸੀ ਸਟੇਸ਼ਨ ਤੱਕ। ਜਦੋਂ ਉਹਦਾ ਮਾਲਿਕ, ਮਾਸਟਰ ਮੈਨੇ ਮਾਲਿਕ, ਉਹ ਪ੍ਰੋਫੈਸਰ, ਜਦੋਂ ਉਹ ਗੱਡੀ ਲੈ ਲੈਂਦਾ ਸੀ ਆਪਣੀ ਯੂਨੀਵਰਸਿਟੀ ਜਾਣ ਲਈ, ਕੰਮ ਤੇ ਜਾਣ ਲਈ, ਉਹ ਫਿਰ ਉਹਨੂੰ ਚੜਾ ਕੇ ਵਾਪਸ ਆ ਜਾਂਦਾ ਸੀਗਾ। ਫਿਰ ਕਹਿੰਦੇ ਆਫਟਰ ਫਿਨਿਸ਼ਿੰਗ ਦੀ ਡੇਜ਼ ਕਲਾਸਿਸ, ਡੇਜ਼ ਹੈਗੀ A', ਡੇ ਮੈਨੇ ਦਿਨ, A' ਤੇ S ਦਾ ਮੈਨੇ ਦਿਨ ਦੀਆਂ, ਕਲਾਸਿਸ ਮੈਨੇ ਉਹਦੇ ਲੈਕਚਰ, ਜਮਾਤਾਂ ਜਿਹਨਾਂ ਨੂੰ ਪੜ੍ਹਾਉਂਦਾ ਸੀਗਾ। ਕਹਿੰਦੇ ਆਪਣੇ ਦਿਨ ਦੀਆਂ ਕਲਾਸਾਂ ਨੂੰ ਪੜ੍ਹਾ ਕੇ ਮੁਕਾ ਕੇ, ਆਫਟਰ ਫਿਨਿਸ਼ਿੰਗ, ਉਹ ਕੰਮ ਨੌਕਰੀ ਖਤਮ ਕਰਕੇ ਜਦੋਂ ਪ੍ਰੋਫੈਸਰ ਆਪਣਾ ਪੜ੍ਹਾਉਣ ਦਾ ਕੰਮ ਨਿਪਟਾ ਲੈਂਦਾ ਸੀਗਾ, ਦੀ ਪ੍ਰੋਫੈਸਰ ਵੁੱਡ ਟੇਕ ਦੀ ਟ੍ਰੇਨ ਬੈਕ। ਫਿਰ ਜਿਹੜਾ ਪ੍ਰੋਫੈਸਰ ਸੀ ਕੀ ਕਰਦਾ ਸੀਗਾ, ਉਹ ਮੋੜਵੀਂ ਟ੍ਰੇਨ ਵਾਪਸ ਸ਼ਿਬੂਆ ਸਟੇਸ਼ਨ ਤੇ ਆਉਣ ਲਈ, ਸ਼ਿਬੂਆ ਸਟੇਸ਼ਨ ਤੇ ਵਾਪਸ ਆਉਣ ਲਈ ਟ੍ਰੇਨ, ਵਾਪਸੀ ਦੀ ਟ੍ਰੇਨ ਲੈਂਦਾ ਸੀਗਾ। ਐਂਡ ਰਿਟਰਨ ਟੂ ਦੀ ਸਟੇਸ਼ਨ ਐਟ 3 PM। ਹੁਣ ਦੇਖੋ PM ਦਾ ਮਤਲਬ ਹੈਗਾ ਪੋਸਟ ਮੈਰੀਡੀਅਨ, ਅਰਥਾਤ ਦੁਪਹਿਰ ਦੇ 3 ਵਜੇ ਉਹ ਵਾਪਸ ਸਟੇਸ਼ਨ ਤੇ ਪਹੁੰਚਦਾ ਸੀ। ਕਿਹੜੇ ਸਟੇਸ਼ਨ ਤੇ? ਸ਼ਿਬੂਆ ਸਟੇਸ਼ਨ ਤੋਂ। ਸ਼ਿਬੂਆ ਸਟੇਸ਼ਨ ਤੋਂ ਸਵੇਰੇ ਟ੍ਰੇਨ ਫੜਦਾ ਸੀਗਾ, ਕਾਲਜ ਵਿੱਚ ਕਲਾਸਾਂ ਨੂੰ ਪੜ੍ਹਾਉਣ ਦਾ ਕੰਮ ਨਿਪਟਾ ਕੇ, ਤੇ ਦੁਪਹਿਰੇ 3 ਵਜੇ ਉਸੇ ਸਟੇਸ਼ਨ ਤੇ ਮੁੜਦਾ ਸੀਗਾ। ਤੇ ਕੀ ਹੁੰਦਾ ਸੀ ਉਹਦੇ ਬੱਚਿਓ? ਹਚੀਕੋ ਵੁੱਡ ਰੀਚ ਦੀ ਸਟੇਸ਼ਨ, ਜਿਹੜਾ ਹਚੀਕੋ ਸੀਗਾ ਉਹ ਸਟੇਸ਼ਨ ਤੇ ਪਹੁੰਚ ਜਾਂਦਾ ਸੀਗਾ। ਐਂਡ ਵੇਟ, ਅਤੇ ਉਡੀਕ ਕਰਦਾ ਸੀਗਾ, ਫॉर ਦੀ ਪ੍ਰੋਫੈਸਰ, ਪ੍ਰੋਫੈਸਰ ਵਾਸਤੇ, ਵੀ ਉਹ ਆਏਗਾ। ਤੇ ਮਤਲਬ 3 ਵਜੇ ਤੋਂ ਪਹਿਲਾਂ ਉਹ ਸਟੇਸ਼ਨ ਤੇ ਹਚੀਕੋ ਪਹੁੰਚ ਜਾਂਦਾ ਸੀਗਾ ਤੇ ਆਪਣੇ ਮਾਲਿਕ ਦੀ, ਪ੍ਰੋਫੈਸਰ ਦੀ ਉਡੀਕ ਕਰਦਾ ਸੀ। ਐਂਡ ਅਕੰਪਨੀ ਹਿਮ, ਅਤੇ ਉਹਦਾ ਸਾਥ ਦਿੰਦਾ ਸੀ, ਔਨ ਹਿਜ਼ ਵਾਕ ਬੈਕ ਟੂ ਹਿਜ਼ ਹੋਮ। ਅਰਥਾਤ ਜਿਹੜੇ ਪ੍ਰੋਫੈਸਰ ਫਿਰ ਸਟੇਸ਼ਨ ਤੋਂ ਤੁਰ ਕੇ ਵਾਪਸ ਆਪਣੇ ਘਰ ਜਾਂਦਾ ਸੀਗਾ, ਤੇ ਉਸ ਜਿਹੜਾ ਉਹ ਤੁਰਨ ਵਾਲਾ ਜਿਹੜਾ ਕਿਰਿਆ ਸੀ, ਸਟੇਸ਼ਨ ਤੋਂ ਲੈ ਕੇ ਜਿਹੜਾ ਘਰ ਤੱਕ ਉਹਦਾ ਤੁਰਨ ਦਾ ਸਫ਼ਰ ਸੀਗਾ, ਉਹਦੇ ਨਾਲ ਉਹ ਕੁੱਤਾ ਉਹਦਾ ਸਾਥ ਦਿੰਦਾ ਸੀ। ਮਤਲਬ ਕਿ ਸਟੇਸ਼ਨ ਤੱਕ ਪਹਿਲੇ ਸਵੇਰੇ ਇਹਦੇ ਨਾਲ ਜਾਂਦਾ ਸੀਗਾ, ਫਿਰ ਮੁੜ ਜਾਂਦਾ ਸੀਗਾ। ਉਹਨੂੰ ਆਪੇ ਪਤਾ ਲੱਗ ਜਾਂਦਾ ਸੀ 3 ਵਜੇ ਪ੍ਰੋਫੈਸਰ ਨੇ ਆਉਣਾ, ਤੇ 3 ਵਜੇ ਤੋਂ ਪਹਿਲਾਂ ਸਟੇਸ਼ਨ ਤੇ ਪਹੁੰਚ ਜਾਂਦਾ ਸੀਗਾ। ਉਹਦਾ ਮਾਲਿਕ ਜਿਹੜਾ ਸੀ ਪ੍ਰੋਫੈਸਰ 3 ਵਜੇ ਸਟੇਸ਼ਨ ਤੇ ਆਉਂਦਾ ਸੀ, ਮੁੜ ਕੇ ਆਉਂਦਾ ਸੀਗਾ, ਤੇ ਉਹਦੇ ਨਾਲ ਮੁੜ ਕੇ ਫਿਰ ਘਰ ਆਉਂਦਾ ਸੀ। ਦੀ ਪੇਅਰ ਮੈਨੇ ਜੋੜਾ, ਇਹ ਜੋੜਾ ਕਿਹੜਾ? ਪ੍ਰੋਫੈਸਰ ਦਾ ਤੇ ਹਚੀਕੋ ਦਾ। ਫੋਲੋਡ ਦੀ ਸੇਮ ਰੂਟੀਨ ਐਵਰੀ ਡੇ, ਉਹਨਾਂ ਨੇ ਇਸ ਰੂਟੀਨ ਮੈਨੇ ਇਸ ਨੇਮ ਦਾ, ਐਵਰੀਡੇ ਰੋਜ਼, ਇਸ ਨੇਮ ਦਾ ਰੋਜ਼ ਪਾਲਣ ਉਹ ਕਰਦੇ ਸੀ। ਐਵਰੀ ਡੇ ਹਚੀਕੋ ਵੁੱਡ ਬੀ ਦੇਅਰ, ਹਰ ਰੋਜ਼ ਹਚੀਕੋ ਉੱਥੇ ਹੁੰਦਾ ਸੀ। ਟੂ ਰਿਸੀਵ ਦੀ ਮਾਸਟਰ, ਆਪਣੇ ਮਾਲਿਕ ਨੂੰ ਲੈਣ ਲਈ। ਐਟ ਦੀ ਸੇਮ ਟਾਈਮ, ਪੂਰੇ ਉਸ ਸਮੇਂ ਤੇ। ਦੀ ਮਾਸਟਰ ਐਂਡ ਹਚੀਕੋ ਕੈਪਟ ਦਿਸ ਸਕੈਡਿਊਲ, ਕੁਝ ਲੋਕ ਸ਼ੈਡਿਊਲ ਬੋਲਦੇ ਨੇ, ਕੁਝ ਸਕੈਡਿਊਲ ਬੋਲਦੇ ਨੇ। ਜਿਹੜੇ ਬ੍ਰਿਟੇਨ ਦੇ ਲੋਕ ਨੇ ਉਹਨੂੰ ਸ਼ੈਡਿਊਲ ਬੋਲਦੇ ਨੇ, ਅਮਰੀਕਾ ਵਾਲੇ ਸਕੈਡਿਊਲ ਬੋਲਦੇ ਨੇ। ਦੋਨਾਂ ਨੂੰ ਪ੍ਰਵਾਨ ਕੀਤਾ ਜਾ ਸਕਦਾ, ਤੁਸੀਂ ਸਕੈਡਿਊਲ ਵੀ ਬੋਲ ਸਕਦੇ ਹੋ, ਸ਼ੈਡਿਊਲ ਵੀ ਬੋਲ ਸਕਦੇ ਹੋ। ਸ਼ੈਡਿਊਲ ਵੀ ਹੁੰਦਾ ਬੱਚਿਓ ਸਮਾਂਬੱਧ ਜਿਹੜਾ ਨੇਮ ਹੁੰਦਾ ਹੈ, ਸਮੇਂ ਦਾ ਬੱਝਵਾਂ ਨੇਮ ਹੁੰਦਾ, ਉਹਨੂੰ ਕਹਿ ਦਿੰਦੇ ਨੇ। ਰੂਟੀਨ ਵੀ ਕਹਿ ਦਿੰਦੇ ਨੇ। ਜਿਹੜਾ ਅਸੀਂ ਪਹਿਲੇ ਸ਼ਬਦ ਵਰਤਿਆ ਰੂਟੀਨ,
ਹੁਣ ਇੱਥੇ ਵਰਤਿਆ ਸ਼ਡਿਊਲ। ਦੀ ਮਾਸਟਰ ਐਂਡ ਹਚੀਕੋ ਕੈਪਟ ਦਿਸ ਸ਼ਡਿਊਲ। ਕੈਪਟ ਦਿਸ ਸ਼ਡਿਊਲ ਮਤਲਬ ਕਿ ਉਹਨਾਂ ਨੇ ਇਸ ਨਿਤਨੇਮ ਦਾ ਪਾਲਨ ਕੀਤਾ। ਅੰਟਿਲ ਵਨ ਡੇ, ਜਦੋਂ ਇੱਕ ਦਿਨ, ਕਿਹੜਾ? ਵਨ ਸੈਡ ਡੇ, ਇੱਕ ਉਦਾਸੀ ਭਰਿਆ ਦਿਨ, ਉਹ ਮਾੜੇ ਭਾਗਾਂ ਵਾਲਾ ਦਿਨ। ਇਨ ਮਈ 1925 ਦੇ ਮਈ ਮਹੀਨੇ ਵਿੱਚ ਕੀ ਹੋਇਆ? ਪ੍ਰੋਫੈਸਰ ਉਐਨੋ ਸਫਰਡ ਅ ਸਡਨ ਬ੍ਰੇਨ ਹੈਮਰੇਜ। ਹੈਮਰੇਜ ਹੁੰਦੀ ਬਲੀਡਿੰਗ, ਤੇ ਬ੍ਰੇਨ ਹੈਮਰੇਜ ਹੁੰਦੀ ਬੱਚਿਓ ਬ੍ਰੇਨ ਦੇ ਵਿੱਚ ਜਦੋਂ ਬੜਾ ਜ਼ਿਆਦਾ ਬਲੱਡ ਪ੍ਰੈਸ਼ਰ ਜ਼ਿਆਦਾ ਹੋਣ ਕਰਕੇ ਨਾੜੀ ਫਟ ਜਾਂਦੀ ਹੈ ਤੇ ਬ੍ਰੇਨ ਦੇ ਅੰਦਰ ਹੀ ਖੂਨ ਆ ਜਾਂਦਾ ਹੈ, ਕਲੌਟ ਬਣ ਜਾਂਦਾ ਹੈ ਤੇ ਬੰਦੇ ਦੀ ਡੈਥ ਹੋ ਜਾਂਦੀ ਹੈ। ਸੋ ਪ੍ਰੋਫੈਸਰ ਉਐਨੋ ਸਫਰਡ ਆ ਸਡਨ ਬ੍ਰੇਨ ਹੈਮਰੇਜ। ਇਹਨੂੰ ਅਸੀਂ ਜੇ ਮੋਟੀ ਪੰਜਾਬੀ ਦੀ ਭਾਸ਼ਾ ਵਿੱਚ ਕਹਿਣਾ ਹੋਵੇ ਤੇ ਅਸੀਂ ਕਹਿ ਸਕਦੇ ਹਾਂ ਉਹਨੂੰ ਬ੍ਰੇਨ ਦਾ ਅਟੈਕ ਆ ਗਿਆ। ਜਿਵੇਂ ਹਾਰਟ ਅਟੈਕ ਹੁੰਦਾ ਨਾ, ਇਸੇ ਤਰ੍ਹਾਂ ਬ੍ਰੇਨ ਦਾ ਅਟੈਕ ਵੀ ਹੁੰਦਾ ਹੈ। ਅਰਥਾਤ ਅਸੀਂ ਇਹ ਕਹਿ ਸਕਦੇ ਹਾਂ ਉਹਦੇ ਦਿਮਾਗ ਦੀ ਨਾੜੀ ਫਟ ਗਈ। ਆਮ ਅਸੀਂ ਪੰਜਾਬੀ 'ਚ ਕਹਿ ਦਿੰਦੇ ਹਾਂ ਕਿ ਫਲਾਣੇ ਬੰਦੇ ਦਿਮਾਗ ਦੀ ਨਾੜੀ ਫਟ ਗਈ ਤੇ ਉਹਦੀ ਮੌਤ ਹੋ ਗਈ। ਸੋ ਪ੍ਰੋਫੈਸਰ ਉਐਨੋ ਸਫਰਡ ਆ ਸਡਨ ਮੈਨੇ ਅਚਾਨਕ, ਬ੍ਰੇਨ ਹੈਮਰੇਜ, ਉਹਦੇ ਬ੍ਰੇਨ ਹੈਮਰੇਜ ਮੈਨੇ ਉਹਦੇ ਦਿਮਾਗ ਦੀ ਨਾੜੀ ਫਟ ਗਈ ਵਾਈਲ ਟੀਚਿੰਗ, ਪੜ੍ਹਾਉਂਦੇ ਹੋਏ। ਐਂਡ ਪਾਸਡ ਅਵੇ। ਹੁਣ ਪਾਸ ਅਵੇ ਦਾ ਮਤਲਬ ਹੁੰਦਾ ਬੱਚਿਓ ਅਕਾਲ ਚਲਾਣਾ ਕਰ ਜਾਣਾ, ਪੂਰਾ ਹੋ ਜਾਣਾ, ਸਵਰਗਵਾਸ ਹੋ ਜਾਣਾ, ਮੌਤ ਹੋ ਜਾਣੀ, ਸਰੀਰ ਦਾ ਤਿਆਗ ਦੇਣਾ, ਉਹਨੂੰ ਕਹਿੰਦੇ ਪਾਸ ਅਵੇ। ਐਂਡ ਪਾਸਡ ਅਵੇ, ਅਤੇ ਉਹ ਪੂਰਾ ਹੋ ਗਿਆ, ਅਕਾਲ ਚਲਾਣਾ ਕਰ ਗਿਆ। ਦੈਟ ਡੇ, ਉਸ ਦਿਨ, ਜਦੋਂ ਉਹ ਤੇ ਪੜ੍ਹਾਉਂਦੇ ਹੋਏ ਕਾਲਜ 'ਚ ਹੀ ਪੂਰਾ ਹੋ ਗਿਆ ਸੀਗਾ। ਹਚੀਕੋ ਸ਼ੋਡ ਅਪ, ਸ਼ੋਡ ਅਪ ਮੈਨੇ ਆ ਗਿਆ, ਅਰਾਈਵ, ਸ਼ੋਡ ਅਪ ਮੈਨੇ ਨਜ਼ਰ ਹੀ ਪਿਆ, ਸਾਹਮਣੇ ਆ ਗਿਆ, ਉੱਥੇ ਪਹੁੰਚ ਗਿਆ। ਐਟ 3 PM, ਪੂਰੇ 3 ਵਜੇ। ਐਜ਼ ਯੂਜ਼ੁਅਲ ਮੈਨੇ ਰੋਜ਼ ਦੀ ਤਰ੍ਹਾਂ, ਆਮ ਦੀ ਤਰ੍ਹਾਂ। ਬਟ ਹਿਜ਼ ਬਿਲਵਡ ਮੈਨੇ ਪਿਆਰਾ, ਮਾਸਟਰ ਮੈਨੇ ਮਾਲਿਕ, ਪਰ ਉਹਦਾ ਪਿਆਰਾ ਮਾਲਿਕ ਨੈਵਰ ਕੇਮ ਬੈਕ, ਕਦੀ ਮੁੜ ਕੇ ਨਹੀਂ ਆਇਆ। ਉਹ ਤੇ ਵਿਚਾਰਾ ਪੂਰਾ ਹੋ ਗਿਆ ਸੀ, ਉਹਨੇ ਕਿੱਥੋਂ ਆਉਣਾ ਸੀਗਾ। ਹਚੀਕੋ ਰਿਟਰਨ ਦੀ ਨੈਕਸਟ ਡੇ, ਹਚੀਕੋ ਉਡੀਕ ਕੇ ਵਾਪਸ ਚਲਾ ਗਿਆ ਤੇ ਰਿਟਰਨਡ ਦੀ ਨੈਕਸਟ ਡੇ, ਅਗਲੇ ਦਿਨ ਫਿਰ ਮੁੜ ਕੇ ਆਇਆ। ਐਟ ਦੀ ਸੇਮ ਟਾਈਮ, ਉਸੀ ਸਮੇਂ। ਹੋਪਿੰਗ, ਇਹ ਆਸ ਕਰਦੇ ਹੋਏ, ਦੈਟ ਕੇ ਉਐਨੋ ਵੁੱਡ ਬੀ ਦੇਅਰ ਟੂ ਮੀਟ ਹਿਮ। ਉਐਨੋ ਕੌਣ ਸੀ? ਪ੍ਰੋਫੈਸਰ, ਉਹਦਾ ਮਾਲਿਕ, ਉਹ ਉੱਥੇ ਹੋਏਗਾ ਉਹਨੂੰ ਮਿਲਣ ਵਾਸਤੇ। ਇਸੀ ਉਡੀਕ ਵਿੱਚ ਵਿਚਾਰਾ ਹਚੀਕੋ ਅਗਲੇ ਦਿਨ ਫਿਰ ਸਟੇਸ਼ਨ ਤੇ ਗਿਆ। ਆਫ ਕੋਰਸ, ਕਹਿੰਦੇ ਯਕੀਨਨ, ਦੀ ਪ੍ਰੋਫੈਸਰ ਡਿਡ ਨਾਟ ਰਿਟਰਨ, ਪ੍ਰੋਫੈਸਰ ਮੁੜ ਕੇ ਨਹੀਂ ਆਇਆ। ਬਟ ਹਿਜ਼ ਲਾਇਲ, ਪਰ ਉਹਦਾ ਵਫਾਦਾਰ ਹਚੀਕੋ ਨੈਵਰ ਗੇਵ ਅਪ ਹੋਪ। ਗਿਵ ਅਪ ਹੁੰਦਾ ਬੱਚਿਓ ਤਿਆਗ ਦੇਣਾ, ਹਥਿਆਰ ਸੁੱਟ ਦੇਣੇ ਜਾਂ ਹਿੰਮਤ ਹਾਰ ਜਾਣੀ। ਹੋਪ ਮੈਨੇ ਆਸ, ਪਰ ਉਹਨੇ ਆਸ ਕਦੀ ਨਹੀਂ ਛੱਡੀ, ਹਚੀਕੋ ਨੇ ਆਸ ਨਹੀਂ ਛੱਡੀ। ਹਚੀਕੋ ਵਾਜ਼ ਐਟ ਸ਼ਿਬੂਆ ਸਟੇਸ਼ਨ ਦੀ ਨੈਕਸਟ ਡੇ ਅਗੇਨ। ਜਿਹੜਾ ਹਚੀਕੋ ਸੀਗਾ ਉਹ ਸ਼ਿਬੂਆ ਸਟੇਸ਼ਨ ਤੇ ਅਗਲੇ ਦਿਨ ਫਿਰ ਪਹੁੰਚ ਗਿਆ। ਐਟ 3 PM, ਉਹਨੇ 3 ਵਜੇ ਹੀ। ਦੈਨ ਦੀ ਡੇ ਆਫਟਰ ਮੈਨੇ ਫਿਰ ਉਸ ਤੋਂ ਅਗਲੇ ਦਿਨ ਵੀ ਪਹੁੰਚ ਗਿਆ। ਐਂਡ ਦੀ ਡੇ ਆਫਟਰ ਦੈਟ, ਤੇ ਉਸ ਤੋਂ ਫਿਰ ਤੀਜੇ ਦਿਨ ਵੀ ਪਹੁੰਚ ਗਿਆ। ਰੋਜ਼ ਇਦਾਂ 3 ਵਜੇ ਉੱਥੇ ਜਾਂਦਾ ਰਿਹਾ। ਸੂਨ, ਛੇਤੀ ਹੀ, ਦੀ ਲੋਨਲੀ ਡੌਗ, ਲੋਨਲੀ ਮੈਨੇ ਕੱਲਮ ਕੱਲਾ, ਤਨਹਾ, ਜਿਹਦਾ ਕੋਈ ਸਾਥੀ ਨਹੀਂ, ਇਕੱਲਾ ਇਕੱਲਾ ਜਿਹੜਾ ਸੀਗਾ। ਦੀ ਲੋਨਲੀ ਡੌਗ ਬਿਗਨ ਟੂ ਡਰਾ ਦੀ ਅਟੈਂਸ਼ਨ, ਡਰਾ ਦੀ ਅਟੈਂਸ਼ਨ ਹੁੰਦਾ ਧਿਆਨ ਖਿੱਚਣਾ, ਕਿਹਨਾਂ ਦਾ? ਆਫ ਦੀ ਅਦਰ ਪੈਸੇਂਜਰਸ। ਕਹਿੰਦੇ ਛੇਤੀ ਹੀ ਉਸ ਕੱਲਮ ਕੱਲੇ ਕੁੱਤੇ ਨੇ ਬਾਕੀ ਯਾਤਰੂਆਂ ਦਾ, ਬਾਕੀ ਮੁਸਾਫਰਾਂ ਦਾ ਧਿਆਨ ਆਪਣੇ ਵੱਲ ਖਿੱਚਣਾ ਸ਼ੁਰੂ ਕਰ ਦਿੱਤਾ। ਪਹਿਲੇ ਤੇ ਸੀਗਾ ਉਹ ਪ੍ਰੋਫੈਸਰ ਕੋਲ ਗਿਆ, ਮੁੜੀ ਸਟੇਸ਼ਨ ਤੇ ਗਿਆ, ਪ੍ਰੋਫੈਸਰ ਆ ਗਿਆ ਤੇ ਕੁਝ ਉਹਨੇ ਮਿੰਟ ਉਡੀਕ ਕੀਤਾ ਤੇ ਚਲਾ ਗਿਆ। ਪਰ ਉੱਥੇ ਉਹਨੂੰ ਉਡੀਕ ਕਰਦਾ ਰਹਿੰਦਾ ਸੀਗਾ, ਰੋਜ਼ ਆਉਂਦਾ ਸੀ, ਦੇਖਦੇ ਸੀ ਕੱਲਾ ਕੁੱਤਾ ਆਉਂਦਾ ਹੈ ਤੇ ਕੱਲਾ ਹੀ ਵਾਪਸ ਮੁੜ ਜਾਂਦਾ ਹੈ, ਤੇ ਲੋਕਾਂ ਦਾ ਧਿਆਨ ਉਹਦੇ ਵੱਲ ਜਾਣਾ ਸ਼ੁਰੂ ਹੋ ਗਿਆ। ਐਟ ਫਸਟ, ਪਹਿਲਾਂ, ਦੀ ਸਟੇਸ਼ਨ ਵਰਕਰਸ, ਜਿਹੜੇ ਸਟੇਸ਼ਨ ਦੇ ਕਰਮਚਾਰੀ ਸੀਗੇ, ਵਰ ਨਾਟ ਫਰੈਂਡਲੀ ਵਿਦ ਦਾ ਡੌਗ, ਉਹ ਉਸ ਕੁੱਤੇ ਦੇ ਨਾਲ ਉਹਨਾਂ ਦਾ ਵਰਤਾਰਾ ਦੋਸਤਾਨਾ ਨਹੀਂ ਸੀ, ਉਹਦੇ ਵੱਲ ਉਹਨਾਂ ਨੇ ਚੰਗਾ ਵਰਤਾਵ ਨਹੀਂ ਕੀਤਾ। ਬਟ ਆਫਟਰ ਸਮ ਟਾਈਮ, ਪਰ ਕੁਝ ਸਮੇਂ ਮਗਰੋਂ, ਪੀਪਲ ਸਟਾਰਟਿਡ ਲੁਕਿੰਗ ਆਊਟ ਫॉर ਹਿਮ, ਪਰ ਲੋਕਾਂ ਨੇ ਫਿਰ ਉਹਦੀ ਉਡੀਕ ਕਰਨ ਲੱਗ ਗਏ। ਉਹ ਕਹਿੰਦੇ ਅੱਜ ਕੁੱਤਾ ਨਜ਼ਰ ਨਹੀਂ ਆਇਆ, ਰੋਜ਼ ਆਉਂਦਾ ਸੀਗਾ। ਲੁੱਕ ਆਊਟ ਹੁੰਦਾ ਹੈ ਨਿਗਾਹ ਰੱਖਣੀ, ਪਰ ਉਹਨਾਂ ਨੇ, ਲੋਕਾਂ ਨੇ ਉਹਦੇ ਉੱਤੇ ਨਿਗਾਹ ਰੱਖਣੀ ਸ਼ੁਰੂ ਕਰ ਦਿੱਤੀ ਵੀ ਧਿਆਨ ਪੈ ਗਿਆ, ਰੋਜ਼ ਆਉਂਦਾ ਸੀਗਾ ਉਹ। ਕਹਿੰਦੇ ਈਵਨ ਦੀ ਸਟੇਸ਼ਨ ਇੰਪਲੋਈਜ਼, ਇੱਥੇ ਤੱਕ ਕਿ ਜਿਹੜੇ ਸਟੇਸ਼ਨ ਦੇ ਮੁਲਾਜ਼ਮ ਸਨ, ਇੰਪਲੋਈ ਮੈਨੇ ਮੁਲਾਜ਼ਮ, ਜਿਹੜੇ ਨੌਕਰੀ ਕਰਦੇ ਸੀਗੇ, ਵੁੱਡ ਬ੍ਰਿੰਗ ਫੂਡ, ਉਹ ਖਾਣਾ ਲੈ ਕੇ ਆਉਂਦੇ, ਐਂਡ ਟਰੀਟਸ, ਟਰੀਟ ਹੁੰਦੀ ਹੈ ਸਵਾਦ ਵਾਲੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ, ਕੋਈ ਮਿੱਠੀ, ਕੋਈ ਸਵਾਦ ਵਾਲੀ ਕੋਈ ਚੀਜ਼ ਛੋਟੀ ਮੋਟੀ ਲੈ ਕੇ, ਫॉर ਦੀ ਡਿਵੋਟਿਡ ਡੌਗ, ਡਿਵੋਟਿਡ ਹੁੰਦਾ ਸ਼ਰਧਾਲੂ, ਵੀ ਐਸਾ ਭਗਤ ਡੌਗ, ਐਸਾ ਭਗਤ ਕੁੱਤਾ, ਐਸਾ ਸ਼ਰਧਾਲੂ ਕੁੱਤਾ ਜਿਹੜਾ ਸੀ, ਉਹਦੇ ਲਈ ਉਹ ਖਾਣ ਦੀ ਚੀਜ਼ਾਂ ਜਾਂ ਕੋਈ ਸਵਾਦ ਵਾਲੀਆਂ ਟਰੀਟਸ ਲੈ ਕੇ ਆਉਂਦੇ। ਐਂਡ ਸਮ ਟਾਈਮਸ, ਤੇ ਕਦੀ ਕਦੀ ਸਿਟ, ਬੈਠਦੇ, ਐਂਡ ਕੀਪ ਹਿਮ ਕੰਪਨੀ,
ਅਤੇ ਬੈਠ ਕੇ ਉਹਦਾ ਸਾਥ ਦਿੰਦੇ। ਅਰਥਾਤ ਉਹਨਾਂ ਦਾ ਦਿਲ ਵੀ ਪਸੀਜ ਗਿਆ। ਉਹ ਪਹਿਲੇ ਤੇ ਉਹਨਾਂ ਦੇ ਨਾਲ ਉਹਨਾਂ ਦਾ ਵਰਤਾਵ ਦੋਸਤਾਨਾ ਨਹੀਂ ਸੀਗਾ, ਪਰ ਮਗਰੋਂ ਦੀ ਉਹਨਾਂ ਦਾ ਵੀ ਜਿਹੜਾ ਹੈ ਦਿਲ ਪਿਆਰ ਨਾਲ ਉਹਦੇ ਪ੍ਰਤੀ ਭਰ ਗਿਆ। ਦੀ ਡੇਜ਼ ਟਰਨਡ ਇਨਟੂ ਵੀਕਸ, ਕਹਿੰਦੇ ਜਿਹੜੇ ਦਿਨ ਸੀਗੇ ਉਹ ਹਫ਼ਤਿਆਂ ਵਿੱਚ ਤਬਦੀਲ ਹੋ ਗਏ, ਹਫ਼ਤਿਆਂ ਵਿੱਚ ਬਦਲ ਗਏ। ਦੈਨ ਮੰਥਸ, ਫਿਰ ਮਹੀਨਿਆਂ 'ਚ ਬਦਲ ਗਏ। ਦੈਨ ਈਅਰਸ, ਫਿਰ ਸਾਲਾਂ ਵਿੱਚ ਬਦਲ ਗਏ। ਐਂਡ ਹਚੀਕੋ ਰਿਟਰਨਡ ਈਚ ਡੇ, ਅਤੇ ਜਿਹੜਾ ਹਚੀਕੋ ਸੀਗਾ ਹਰ ਦਿਨ ਮੁੜ ਮੁੜ ਕੇ ਆਉਂਦਾ ਰਿਹਾ। ਰਿਟਰਨਡ ਈਚ ਡੇ, ਹਰ ਦਿਨ ਮੁੜ ਕੇ ਆਵੇ। ਟੂ ਵੇਟ, ਉਡੀਕ ਕਰਨ ਵਾਸਤੇ ਉਸ ਸਟੇਸ਼ਨ ਤੇ ਆਪਣੇ ਮਾਲਿਕ ਲਈ। ਹਿਜ਼ ਪ੍ਰੈਜ਼ੈਂਸ, ਉਸਦੀ ਮੌਜੂਦਗੀ, ਉਸਦੀ ਹਾਜ਼ਰੀ ਮੇਡ ਅ ਗ੍ਰੇਟ ਇੰਪ੍ਰੈਸ਼ਨ ਔਨ ਦੀ ਲੋਕਲ ਪੀਪਲ ਆਫ ਸ਼ਿਬੂਆ। ਉਹਦੀ ਇਸ ਹਾਜ਼ਰੀ ਨੇ ਜਿਹੜੇ ਸ਼ਿਬੂਆ ਦੇ ਸਥਾਨਕ ਲੋਕ ਸੀ ਉਹਨਾਂ ਦੇ ਮਨਾਂ ਉੱਤੇ, ਉਹਨਾਂ ਦੇ ਉੱਤੇ ਅ ਗ੍ਰੇਟ ਇੰਪ੍ਰੈਸ਼ਨ, ਡੂੰਘਾ ਪ੍ਰਭਾਵ ਪਾਇਆ, ਡੂੰਘਾ ਅਸਰ ਪਾਇਆ। ਉਹਨਾਂ ਤੇ ਇਸ ਗੱਲ ਦੀ ਬੜੀ ਡੂੰਘੀ ਛਾਪ ਪੈ ਗਈ ਵੀ ਯਾਰ ਕਮਾਲ ਦਾ ਕੁੱਤਾ ਹੈ, ਇੰਨੀ ਵਫਾਦਾਰੀ, ਇੰਨਾ ਪਿਆਰ। ਐਂਡ ਫॉर them, ਅਤੇ ਉਹਨਾਂ ਲਈ ਹੀ became a symbol, ਸਿੰਬਲ ਮੈਨੇ ਨਿਸ਼ਾਨ, ਪ੍ਰਤੀਕ, of loyalty, ਵਫਾਦਾਰੀ, and faith, ਵਿਸ਼ਵਾਸ, ਸਿਦਕ, a hero, ਤੇ ਉਹ ਉਹਨਾਂ ਲੋਕਾਂ ਲਈ ਉਹ ਇੱਕ ਵਫਾਦਾਰੀ ਦਾ ਅਤੇ ਸਿਦਕ ਦਾ ਪ੍ਰਤੀਕ ਬਣ ਗਿਆ, ਉਹਦਾ ਚਿੰਨ੍ਹ ਬਣ ਗਿਆ, ਹੀਰੋ ਬਣ ਗਿਆ, ਇੱਕ ਨਾਇਕ ਬਣ ਗਿਆ। One of Professor Uno's former students, former ਹੁੰਦੇ ਬੱਚੇ ਪਹਿਲੇ, ਅਰਥਾਤ ਪ੍ਰੋਫੈਸਰ ਦੇ ਊਨੋ ਦੇ ਪਹਿਲੇ ਸਟੂਡੈਂਟਾਂ ਵਿੱਚੋਂ ਇੱਕ, ਪਹਿਲੇ ਵਿਦਿਆਰਥੀਆਂ ਵਿੱਚੋਂ ਇੱਕ। ਹੁਣ ਬੱਚੇ ਜਿਹੜੇ ਹੁੰਦੇ ਨੇ ਸਕੂਲਾਂ 'ਚੋਂ ਪੜ੍ਹ ਕੇ, ਕਾਲਜਾਂ 'ਚੋਂ ਪੜ੍ਹ ਕੇ ਅੱਗੇ ਚੱਲ ਜਾਂਦੇ ਨੇ ਨੌਕਰੀਆਂ ਕਰਕੇ, ਕਹਿੰਦੇ ਮੈਂ ਆਈ ਐਮ ਹਿਜ਼ ਫਾਰਮਰ ਸਟੂਡੈਂਟ, ਅਰਥਾਤ ਮੈਂ ਇਹਦਾ ਪਹਿਲੇ ਦਾ ਸਟੂਡੈਂਟ ਹਾਂ, ਅਰਥਾਤ ਮੈਂ ਇਸ ਪ੍ਰੋਫੈਸਰ ਕੋਲੋਂ ਪੜ੍ਹਿਆ ਹਾਂ। ਅਰਥਾਤ ਪ੍ਰੋਫੈਸਰ ਊਨੋ ਦਾ ਵੱਲੋਂ ਪੜ੍ਹਾਇਆ ਗਿਆ ਉਹਦਾ ਪਹਿਲਾ ਵਿਦਿਆਰਥੀਆਂ 'ਚੋਂ ਇੱਕ ਵਿਦਿਆਰਥੀ, ਉਹਦਾ ਕੀ ਨਾਂ ਸੀ? ਹਿਰੋਕਿਚੀ ਸਾਇਤੋ। ਹਿਰੋਕਿਚੀ ਸਾਇਤੋ ਵਾਜ਼ ਐਨ ਐਕਸਪਰਟ, ਐਕਸਪਰਟ ਮੈਨੇ ਮਾਹਰ, ਔਨ ਦੀ ਅਕੀਟਾ ਬਰੀਡ ਆਫ ਡੌਗਸ। ਹੁਣ ਐਗਰੀਕਲਚਰ ਡਿਪਾਰਟਮੈਂਟ ਪੜ੍ਹਾਉਂਦਾ ਸੀਗਾ। ਐਗਰੀਕਲਚਰ ਬੱਚੋ ਖੇਤੀਬਾੜੀ ਬਾਰੇ ਵੀ ਹੁੰਦਾ ਹੈ ਤੇ ਪਸ਼ੂ ਪਾਲਣ ਬਾਰੇ ਵੀ ਹੁੰਦਾ ਹੈ। ਤੇ ਕਹਿੰਦੇ ਉਹ ਜਿਹੜੇ ਪ੍ਰੋਫੈਸਰ ਊਨੋ ਦਾ ਇੱਕ ਵਿਦਿਆਰਥੀ, ਪਹਿਲਾ ਵਿਦਿਆਰਥੀ ਜੋ ਹਿਰੋਚਿਕੀ ਸਾਇਤੋ ਸੀਗਾ, ਉਹ ਅਕੀਟਾ ਨਸਲ ਜਿਹੜੀ ਕੁੱਤਿਆਂ ਦੀ ਹੁੰਦੀ ਹੈ ਉਹਦੇ ਬਾਰੇ ਬੜਾ ਮਾਹਰ ਸੀਗਾ। ਹੀ ਕੇਮ ਟੂ ਨੋ, ਉਹਨੂੰ ਪਤਾ ਲੱਗਾ ਆਫ ਹਚੀਕੋ, ਹਚੀਕੋ ਬਾਰੇ ਪਤਾ ਲੱਗਿਆ, ਗੱਲ ਫੈਲ ਗਈ, ਸਾਰੇ ਜਾਪਾਨ 'ਚ ਫੈਲ ਗਈ, ਸ਼ਹਿਰ 'ਚ ਫੈਲੀ, ਇੱਧਰ ਉੱਧਰ ਫੈਲ ਗਈ ਗੱਲ। ਐਂਡ ਹਿਜ਼ ਰੂਟੀਨ, ਅਤੇ ਉਹਦਾ ਇਸ ਨੇਮ ਬਾਰੇ ਕਿ ਵੀ ਕੁੱਤਾ ਰੋਜ਼ ਆਉਂਦਾ ਹੈ, ਉਡੀਕ ਕਰਦਾ ਹੈ, ਫਿਰ ਚਲਾ ਜਾਂਦਾ ਹੈ, ਫਿਰ ਆਉਂਦਾ ਹੈ, ਰੋਜ਼ ਉਡੀਕ ਕਰਦਾ, ਆਪਣੇ ਮਾਲਿਕ ਦੀ ਉਡੀਕ ਕਰਦਾ। ਤੇ ਉਹਨੂੰ ਉਹਦੇ ਬਾਰੇ ਉਹਦੇ ਕੰਨੀ ਗੱਲ ਪਈ। ਹੀ ਡਿਸਾਈਡਡ, ਉਹਨੇ ਫੈਸਲਾ ਕੀਤਾ, ਟੂ ਟੇਕ ਦੀ ਟ੍ਰੇਨ ਟੂ ਸ਼ਿਬੂਆ, ਕਿ ਮੈਂ ਟ੍ਰੇਨ ਫੜ ਕੇ ਸ਼ਿਬੂਆ ਜਾਵਾਂ, ਟੂ ਸੀ, ਤੇ ਦੇਖਾਂ ਇਫ ਹਚੀਕੋ ਵੁੱਡ ਸਟਿਲ ਬੀ ਵੇਟਿੰਗ, ਕਿ ਜਿਹੜਾ ਹਚੀਕੋ ਹੈ ਵਾਕਈ ਉੱਥੇ ਉਡੀਕ ਕਰਦਾ ਹੋਏਗਾ। ਵੈਨ ਸਾਈਟੋ ਅਰਾਈਵਡ ਐਟ ਦੀ ਸਟੇਸ਼ਨ, ਤੇ ਜਿਹੜਾ ਸਾਈਟੋ ਸੀ ਉਹਦਾ ਪਹਿਲਾ ਸਟੂਡੈਂਟ, ਜਦੋਂ ਉਹ ਸਟੇਸ਼ਨ ਤੇ ਪਹੁੰਚਿਆ, ਹੀ ਸੌ ਹਚੀਕੋ ਦੇਅਰ ਵੇਟਿੰਗ ਫॉर ਹਿਜ਼ ਮਾਸਟਰ, ਉਹਨੇ ਹਚੀਕੋ ਨੂੰ ਉੱਥੇ ਆਪਣੇ ਮਾਲਿਕ ਲਈ ਉਡੀਕ ਕਰਦੇ ਦੇਖਿਆ। ਹੁਣ ਇੱਥੇ ਲਿਖਿਆ ਤਾਂ ਨਹੀਂ, ਪਰ ਇੱਧਰੋਂ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਵਿਚਾਰਾ ਸਾਈਟੋ ਜਿਹੜਾ ਸੀ ਉਹ ਵੀ ਜਜ਼ਬਾਤੀ ਹੋ ਗਿਆ, ਭਾਵੁਕ ਹੋ ਗਿਆ, ਉਹਦੇ ਅੱਖਾਂ 'ਚ ਹੰਝੂ ਆ ਗਏ। ਤੇ ਕਹਿੰਦੇ ਹੀ ਵਾਈਪਡ, ਵਾਈਪ ਹੁੰਦਾ ਪੂੰਝਣਾ, ਤੇ ਵਾਈਪਡ ਨੇ ਪੂੰਝਿਆ, ਅ ਟੀਅਰ, ਇੱਕ ਹੰਝੂ, ਫਰੋਮ ਹਿਜ਼ ਚੀਕ, ਖੱਲ, ਸੌਰੀ ਗੱਲ, ਖਾਖਾਂ ਜਿਹੜੀਆਂ ਹੁੰਦੀਆਂ, ਉਹਨੇ ਆਪਣੀ ਖਾਖਾਂ ਦੇ ਉੱਤੇ ਆਏ ਇੱਕ ਹੰਝੂ ਨੂੰ ਪੂੰਝਿਆ, ਅਰਥਾਤ ਉਹਦੀ ਵੀ ਅੱਖਾਂ ਭਰ ਆਈਆਂ। ਹੀ ਵੇਟਿਡ ਫॉर ਹਚੀਕੋ, ਉਹਨੇ ਹਚੀਕੋ ਲਈ ਉਡੀਕ ਕੀਤੀ, ਦੇਖਿਆ, ਟੂ ਮੇਕ ਦੀ ਨੈਕਸਟ ਮੂਵ, ਨੈਕਸਟ ਮੂਵ ਹੁੰਦਾ ਵੀ ਅੱਗੇ ਕੀ ਕਰਦਾ ਹੁਣ। ਕਹਿੰਦਾ ਉੱਥੇ ਖੜਾ ਰਿਹਾ, ਦੇਖਦਾ ਰਿਹਾ ਵੀ ਮੈਂ ਦੇਖਾਂ ਹੁਣ ਹਚੀਕੋ ਕੀ ਕਰਦਾ ਹੈ। ਕਹਿੰਦੇ ਆਫਟਰ ਅ ਲੌਂਗ ਵੇਟ, ਤੇ ਇੱਕ ਲੰਬੀ ਉਡੀਕ ਮਗਰੋਂ, ਹਚੀਕੋ ਸਟੂਡ ਅਪ, ਹਚੀਕੋ ਵਿਚਾਰਾ ਖੜਾ ਹੋ ਗਿਆ, ਕਿਉਂਕਿ ਮਾਲਿਕ ਦੀ ਉਡੀਕ ਕਰਦਾ ਸੀ, ਮਾਲਿਕ ਤੇ ਆਇਆ ਨਹੀਂ, ਨਾ ਉਹਨੇ ਆਉਣਾ ਸੀਗਾ। ਐਂਡ ਵੈਂਟ ਫਰੋਮ ਦੇਅਰ, ਅਤੇ ਉੱਥੋਂ ਦੀ ਚਲਾ ਗਿਆ। ਸਾਈਟੋ ਫੋਲੋਡ ਦਾ ਡੌਗ, ਫੋਲੋ ਹੁੰਦਾ ਪਿੱਛਾ ਕਰਨਾ, ਸਾਈਟੋ ਫੋਲੋਡ ਦਾ ਡੌਗ, ਸਾਈਟੋ ਨੇ, ਉਹ ਸਟੂਡੈਂਟ ਨੇ ਜਿਹੜਾ ਹੁਣ ਐਕਸਪਰਟ ਸੀਗਾ, ਉਹਨੇ ਕੁੱਤੇ ਦਾ ਪਿੱਛਾ ਕੀਤਾ, ਕਿੱਥੋਂ ਦੀ? ਫਰੋਮ ਦੀ ਸਟੇਸ਼ਨ ਟੂ ਦੀ ਹੋਮ ਆਫ ਊਨੋਜ਼ ਫਾਰਮਰ ਗਾਰਡਨਰ, ਗਾਰਡਨਰ ਨਾ ਮਾਲੀ, ਪਹਿਲਾ ਮਾਲੀ, ਉਹਦਾ ਨਾਮ ਸੀ ਕਾਜ਼ਾਬੂਰੋ ਕੋਬਾਯਾਸ਼ੀ। ਕਹਿੰਦੇ ਉਹ ਫਿਰ ਸਟੇਸ਼ਨ ਤੋਂ ਲੈ ਕੇ ਉਹ ਜਿਹੜਾ ਉਹਦਾ ਪਹਿਲਾ ਮਾਲੀ ਸੀ ਊਨੋ ਦਾ, ਉਹਦੇ ਘਰ ਤੱਕ ਸਾਈਟੋ ਨੇ ਪਿੱਛਾ ਕੀਤਾ। ਤੇ ਮਾਲੀ ਦਾ ਕੀ ਨਾਂ ਸੀ? ਕਾਜ਼ਾਬੂਰੋ ਕੋਬਾਯਾਸ਼ੀ, ਹੂ ਹੈਡ ਅਡੋਪਟਡ ਦਾ ਹਚੀਕੋ, ਜਿਹੜੇ ਮਾਲੀ ਨੇ ਉਸ ਹਚੀਕੋ ਨੂੰ ਹੁਣ ਅਪਣਾ ਲਿਆ ਸੀ, ਗੋਦ ਲੈ ਲਿਆ ਸੀ, ਅਪਣਾ ਲਿਆ ਸੀ, ਅਰਥਾਤ ਉਹਦੀ ਦੇਖ ਰੇਖ ਹੁਣ ਉਹਦਾ ਪੁਰਾਣਾ ਮਾਲੀ ਕਰ ਰਿਹਾ ਸੀਗਾ।
बट हचीको वेटेड ओनली फॉर उएनो। पर हचीको के मन विचों ਜਿਹੜਾ ਉਹਦਾ ਪਹਿਲਾ ਮਾਲਿਕ ਸੀ ਉਏਨੋ, ਉਹਦਾ ਪ੍ਰੋਫੈਸਰ ਸੀ, ਉਹਦੀ ਯਾਦ ਨਹੀਂ ਨਿਕਲੀ ਸੀ। ਉਹ ਉਡੀਕ ਸਿਰਫ ਉਹਦੀ ਕਰਦਾ ਸੀ। ਕਹਿੰਦੇ ਫॉर ਨੀਅਰਲੀ ਅ ਡਿਕੇਡ, ਡਿਕੇਡ ਹੁੰਦਾ ਬੱਚੋ ਦਹਾਕਾ, 10 ਸਾਲਾਂ ਦਾ ਇੱਕ ਵਕਫਾ ਜਿਹੜਾ ਹੁੰਦਾ, 10 ਸਾਲਾਂ ਦਾ ਜਿਹੜਾ ਅੰਤਰਾਲ ਹੁੰਦਾ ਉਹਨੂੰ ਅਸੀਂ ਕਹਿੰਦੇ ਡਿਕੇਡ। ਫॉर ਨੀਅਰਲੀ ਅ ਡਿਕੇਡ ਤੇ ਕਹਿੰਦੇ ਤਕਰੀਬਨ 10 ਸਾਲਾਂ ਲਈ, ਤਕਰੀਬਨ ਇੱਕ ਦਹਾਕੇ ਲਈ, ਆਫਟਰ ਹਿਜ਼ ਮਾਸਟਰ ਪਾਸਡ ਅਵੇ, ਆਪਣੇ ਮਾਲਿਕ ਦੇ ਗੁਜ਼ਰ ਜਾਣ ਮਗਰੋਂ 10 ਸਾਲਾਂ ਤੱਕ ਵੀ ਦੀ ਡੌਗ ਕੰਟੀਨਿਊ ਟੂ ਸ਼ੋ ਅਪ, ਜਿਹੜਾ ਕੁੱਤਾ ਸੀ ਉੱਥੇ ਆਉਂਦਾ ਰਿਹਾ। ਕਿੱਥੇ? ਐਟ ਦੀ ਸੇਮ ਸਪੌਟ, ਉਸੀ ਥਾਂ ਤੇ, ਐਵਰੀ ਡੇ, ਹਰ ਰੋਜ਼, ਅੰਟਿਲ ਹਚੀਕੋ ਡਾਈਡ, ਜਦੋਂ ਤੱਕ ਹਚੀਕੋ ਮਰ ਨਹੀਂ ਗਿਆ, ਐਟ ਦੀ ਏਜ ਆਫ 11, 11 ਸਾਲ ਦੀ ਉਮਰ ਵਿੱਚ, ਔਨ ਮਾਰਚ 8, 1935, ਜਦੋਂ ਤਾਈਂ ਉਹ 8 ਮਾਰਚ 1935 ਨੂੰ ਮਰ ਨਹੀਂ ਗਿਆ, ਆਪਣੀ ਅਖੀਰਲੇ ਸਾਹ ਤੱਕ ਤਕਰੀਬਨ ਇੱਕ ਦਹਾਕੇ ਲਈ ਉਹ ਕੁੱਤਾ ਜਿਹੜਾ ਸੀਗਾ ਉਸ ਸਟੇਸ਼ਨ ਤੇ ਰੋਜ਼ ਉਸੀ ਥਾਂ ਤੇ ਆਪਣੇ ਮਾਲਿਕ ਦੀ ਉਡੀਕ ਕਰਨ ਜਾਂਦਾ ਰਿਹਾ। ਕਹਿੰਦੇ ਦੀ ਡੌਗ ਬਿਕੇਮ ਅ ਸਿੰਬਲ ਆਫ ਲਾਇਲਟੀ ਇਨ ਜਾਪਾਨ, ਉਹ ਜਿਹੜਾ ਕੁੱਤਾ ਸੀਗਾ ਜਾਪਾਨ ਦੇ ਵਿੱਚ ਵਫਾਦਾਰੀ ਦਾ ਇੱਕ ਪ੍ਰਤੀਕ ਬਣ ਗਿਆ। ਐਂਡ ਨਾਓ ਫॉर ਦੀ ਵਰਲਡ, ਤੇ ਹੁਣ ਸਾਰੀ ਦੁਨੀਆ ਲਈ ਉਹ ਇੱਕ ਵਫਾਦਾਰੀ ਦਾ ਪ੍ਰਤੀਕ ਹੈ। ਕਹਿੰਦੇ ਐਜ਼ ਅ ਮਾਰਕ ਆਫ ਰਿਸਪੈਕਟ, ਰਿਸਪੈਕਟ ਹੁੰਦਾ ਹੈ ਆਦਰ, ਐਂਡ ਅਫੈਕਸ਼ਨ, ਪਿਆਰ, ਫॉर ਦੀ ਲਾਇਲ ਡੌਗ, ਕਹਿੰਦੇ ਉਸ ਕੁੱਤੇ ਦੇ ਪ੍ਰਤੀ ਪਿਆਰ ਅਤੇ ਆਦਰ ਦੇ ਚਿੰਨ੍ਹ ਵਜੋਂ, ਆਦਰ ਦੇ ਇੱਕ ਪ੍ਰਤੀਕ ਵਜੋਂ, ਵਫਾਦਾਰ ਕੁੱਤੇ ਦੇ ਪ੍ਰਤੀਕ ਵਜੋਂ, ਪੀਪਲ ਸਟਾਰਟਿਡ ਕਾਲਿੰਗ ਹਚੀਕੋ ਚਿਕਨ ਹਚੀਕੋ, ਉਹਨਾਂ ਨੇ ਹਚੀਕੋ ਨੂੰ ਚਿਕਨ ਹਚੀਕੋ, ਚਿਕਨ ਹੈ ਕੋਈ ਜਾਪਾਨੀ ਸ਼ਬਦ ਹੋਣਾ ਜਿਹਦਾ ਮਤਲਬ ਹੈ ਦੀ ਫੇਥਫੁਲ ਡੌਗ, ਚਿਕਨ ਹਚੀਕੋ ਸੱਦਣਾ ਸ਼ੁਰੂ ਕਰ ਦਿੱਤਾ। ਮਤਲਬ ਹਚੀਕੋ ਨੂੰ ਉਹਨਾਂ ਨੇ ਚਿਕਨ ਹਚੀਕੋ ਕਹਿਣਾ ਸ਼ੁਰੂ ਕਰ ਦਿੱਤਾ, ਵਿਚ ਮੀਨਸ, ਜਿਹਦਾ ਮਤਲਬ ਹੈ ਹਚੀਕੋ ਦੀ ਫੇਥਫੁਲ ਡੌਗ, ਅਰਥਾਤ ਹਚੀਕੋ ਵਫਾਦਾਰ ਕੁੱਤਾ। ਇਨ ਦੀ ਮੈਮਰੀ ਆਫ ਹਚੀਕੋ, ਅਰਥਾਤ ਹਚੀਕੋ ਦੀ ਯਾਦ ਵਿੱਚ, ਸਟੈਚੂਜ਼ ਹੈਵ ਬਿਨ ਬਿਲਟ, ਸਟੈਚੂ ਹੁੰਦੇ ਨੇ ਬੁੱਤ, ਹੈਵ ਬਿਨ ਬਿਲਟ ਬਣਾਏ ਗਏ ਨੇ, ਇਨ ਸ਼ਿਬੂਆ, ਜੋ ਸ਼ਿਬੂਆ ਟਾਊਨ ਹੈਗਾ ਬੱਚੋ, ਕਸਬਾ ਹੈਗਾ, ਉੱਥੇ ਉਹਦੀ ਯਾਦ ਵਿੱਚ ਬੁੱਤ ਬਣਾਏ ਗਏ ਨੇ। ਐਂਡ ਵਨ ਐਟ ਦੀ ਪਲੇਸ, ਤੇ ਇੱਕ ਉਸ ਥਾਂ ਤੇ ਬਣਾਇਆ ਗਿਆ ਹੈ, ਵੇਅਰ ਹੀ ਆਲਵੇਜ਼ ਮੈਟ ਹਿਜ਼ ਮਾਸਟਰ, ਜਿੱਥੇ ਉਹ ਹਮੇਸ਼ਾ ਆਪਣੇ ਮਾਲਿਕ ਨੂੰ ਆ ਕੇ ਮਿਲਦਾ ਸੀ। ਵੈਨ ਉਏਨੋ ਕੇਮ ਬੈਕ ਫਰੋਮ ਵਰਕ, ਜਦੋਂ ਉਹ ਪ੍ਰੋਫੈਸਰ ਜਿਹੜਾ ਸੀ ਉਏਨੋ ਆਪਣੇ ਕੰਮ ਤੋਂ ਸਟੇਸ਼ਨ ਤੇ ਮੁੜਦਾ ਸੀ ਤੇ ਜਿਸ ਥਾਂ ਤੇ ਉਤਰਦਾ ਸੀ ਤੇ ਜਿਸ ਥਾਂ ਤੇ ਉਹ ਕੁੱਤਾ ਮਿਲਦਾ ਸੀ ਹਰ ਰੋਜ਼, ਉਸ ਥਾਂ ਤੇ ਵੀ ਜਾਪਾਨ ਦੇ ਲੋਕਾਂ ਨੇ ਸ਼ਿਬੂਆ ਵਿੱਚ ਇੱਕ ਉਸ ਕੁੱਤੇ ਦਾ ਬੁੱਤ ਬਣਾਇਆ ਹੈ। ਤੇ ਆਖਰੀ, ਹਚੀਕੋਜ਼ ਬੋਡੀ ਹੈਜ਼ ਬੀਨ ਪ੍ਰੀਜ਼ਰਵਡ, ਪ੍ਰੀਜ਼ਰਵ ਹੁੰਦਾ ਬਰਕਰਾਰ ਰੱਖਣੀ, ਸਾਂਭ ਕੇ ਰੱਖਣੀ, ਵਿਗਾੜ ਤੋਂ ਬਚਾ ਕੇ ਰੱਖਣਾ। ਕਹਿੰਦੇ ਹਚੀਕੋਜ਼ ਦੀ ਜਿਹੜੀ ਬੋਡੀ ਹੈ ਬੱਚਿਓ, ਉਹਨੂੰ ਹਾਲੇ ਤੱਕ ਵੀ ਮਿਊਜ਼ੀਅਮ ਦੇ ਵਿੱਚ, ਅਜਾਇਬ ਘਰ ਦੇ ਵਿੱਚ ਸਾਂਭ ਕੇ ਰੱਖਿਆ ਹੋਇਆ ਹੈ। ਅੱਜ ਕੱਲ੍ਹ ਬੱਚਿਓ ਵਿਗਿਆਨ ਦੇ ਨਾਲ ਇਹ ਮੁਮਕਿਨ ਹੈ, ਉਹ ਕੈਮੀਕਲਸ ਦੇ ਨਾਲ ਕੋਟਿੰਗ ਕਰ ਦਿੰਦੇ ਨੇ, ਇਹੋ ਜਿਹੇ ਟੈਂਪਰੇਚਰ 'ਚ, ਤਾਪਮਾਨ 'ਚ ਰੱਖਦੇ ਨੇ, ਉਹਨਾਂ ਜਿਹੜਾ ਸਰੀਰ ਹੈਗਾ ਵਿਗੜਦਾ ਨਹੀਂ ਹੈਗਾ, ਉਸ ਢੰਗ ਨਾਲ ਉਹਨੂੰ ਸਾਂਭ ਕੇ ਰੱਖਿਆ ਜਾ ਸਕਦਾ ਹੈ। ਕਹਿੰਦੇ ਹਚੀਕੋਜ਼ ਬੋਡੀ ਹੈਜ਼ ਬੀਨ ਪ੍ਰੀਜ਼ਰਵਡ ਇਨ ਦਾ ਮਿਊਜ਼ੀਅਮ, ਉਸ ਹਚੀਕੋ ਦਾ ਜਿਹੜਾ ਸਰੀਰ ਹੈ, ਦੇਹ ਹੈ, ਉਹਨੂੰ ਹਾਲੇ ਵੀ ਅਜਾਇਬ ਘਰ ਵਿੱਚ ਸਾਂਭ ਕੇ ਰੱਖਿਆ ਹੋਇਆ ਹੈ। ਕਹਿੰਦੇ ਯੈਸ, ਹਾਂਜੀ, ਯੂ ਕੈਨ ਸਟਿਲ ਮੀਟ ਹਚੀਕੋ, ਤੁਸੀਂ ਹਾਲੇ ਵੀ ਹਚੀਕੋ ਨੂੰ ਮਿਲ ਸਕਦੇ ਹੋ, ਇਫ ਯੂ ਗੋ ਟੂ ਜਾਪਾਨ, ਜੇਕਰ ਤੁਸੀਂ ਜਾਪਾਨ ਜਾਵੋ ਤੇ ਤੁਸੀਂ ਹਚੀਕੋ ਨੂੰ ਹਾਲੇ ਵੀ ਮਿਲ ਸਕਦੇ ਹੋ। ਤੇ ਪਿਆਰੇ ਵਿਦਿਆਰਥੀ, ਮੈਨੂੰ ਯਾਦ ਆ ਰਿਹਾ ਕਿ ਗੁਰਬਾਣੀ ਵਿੱਚ ਵੀ ਗੁਰੂ ਸਾਹਿਬ ਨੇ ਕੁੱਤੇ ਦੀ ਵਫਾਦਾਰੀ ਦਾ ਸਾਨੂੰ ਉਦਾਹਰਨ ਦਿੱਤਾ ਹੈ। ਤੇ ਕਹਿੰਦੇ ਜਿਵੇਂ ਕੁੱਤਾ ਆਪਣਾ ਮਾਲਿਕ ਦਾ ਦਰ ਨਹੀਂ ਛੱਡਦਾ, ਇਸੀ ਤਰ੍ਹਾਂ ਜਿਹੜਾ ਸੱਚਾ ਭਗਤ ਹੁੰਦਾ ਹੈ ਉਹ ਵਾਹਿਗੁਰੂ ਦਾ, ਪਰਮਾਤਮਾ ਦਾ ਦਰ ਕਦੀ ਵੀ ਨਹੀਂ ਛੱਡਦਾ, ਉਹ ਇੱਧਰ ਉੱਧਰ ਨਹੀਂ ਭਟਕਦਾ, ਚਾਹੇ ਸੁੱਖ ਆਵੇ ਚਾਹੇ ਦੁੱਖ ਆਵੇ, ਚਾਹੇ ਮੋਹ, ਚਾਹੇ ਜੇਠ ਹਾੜ ਆਵੇ, ਚਾਹੇ ਪੋਹ ਮਾਘ ਆਵੇ, ਅਰਥਾਤ ਭਾਵੇਂ ਦੁੱਖ ਆਣ, ਭਾਵੇਂ ਸੁੱਖ ਆਣ, ਭਾਵੇਂ ਗਰਮੀ ਆਵੇ, ਸਰਦੀ ਆਵੇ, ਉਹ ਆਪਣੇ ਮਾਲਿਕ ਦਾ ਦਰ ਕਦੀ ਨਹੀਂ ਛੱਡਦਾ। ਉਹ ਸ਼ਲੋਕ ਇਸ ਤਰ੍ਹਾਂ ਹੈ, ਸੁਆਮੀ ਕੋ ਗ੍ਰਹਿ ਜਿਉ ਸਦਾ, ਸਵਾਨ ਤਜਤ ਨਹੀਂ ਨਿਤ, ਸਵਾਨ ਦਾ ਮਤਲਬ ਹੁੰਦਾ ਕੁੱਤਾ, ਸੁਆਮੀ ਕੋ ਗ੍ਰਹਿ ਜਿਉ ਸਦਾ, ਸਵਾਨ ਤਜਤ ਨਹੀਂ ਨਿਤ, ਨਾਨਕ ਏ ਵਿਦ ਹਰਿ ਭਜੋ, ਇੱਕ ਮਨ ਹੋਏ ਇੱਕ ਚਿੱਤ। ਤੇ ਗੁਰੂ ਸਾਹਿਬ ਕਹਿੰਦੇ ਨੇ, ਗੁਰੂ ਤੇਗ ਬਹਾਦਰ ਜੀ ਕਹਿੰਦੇ, ਹੇ ਨਾਨਕ, ਜਿਵੇਂ ਇੱਕ ਕੁੱਤਾ ਆਪਣੇ ਮਾਲਿਕ ਦਾ ਦਰ ਕਦੀ ਵੀ ਨਹੀਂ ਛੱਡਦਾ, ਇਸੀ ਤਰ੍ਹਾਂ ਸਾਨੂੰ ਇੱਕ ਮਨ ਇੱਕ ਚਿੱਤ ਹੋ ਕੇ ਪਰਮਾਤਮਾ ਦੀ ਆਰਾਧਨਾ ਕਰਨੀ ਚਾਹੀਦੀ ਹੈ, ਉਹਦਾ ਸਿਮਰਨ ਕਰਨਾ ਚਾਹੀਦਾ ਹੈ। ਚਾਹੇ ਸਾਡੇ 'ਚ ਔਖਾ ਵੇਲਾ ਆਵੇ, ਸੌਖਾ ਵੇਲਾ ਆਵੇ, ਇਹ ਨਹੀਂ ਕਿ ਮਾੜਾ ਜਿਹਾ ਔਖਾ ਵੇਲਾ ਆਇਆ ਤੇ ਫਲਾਣੇ ਡੇਰੇ ਚਲੇ ਗਏ, ਫਲਾਣੇ ਮੜੀਆਂ 'ਤੇ ਚਲੇ ਗਏ, ਫਲਾਣੇ ਕਬਰਾਂ 'ਤੇ ਚਲੇ ਗਏ। ਜਿਹੜਾ ਸੱਚਾ ਭਗਤ ਹੁੰਦਾ ਹੈ ਉਹ ਕਦੀ ਵੀ ਅਕਾਲ ਪੁਰਖ ਪਰਮਾਤਮਾ ਦਾ ਦਰ ਨਹੀਂ ਛੱਡਦਾ,
ਇਹਦਾ ਸਬਕ ਕਹਿੰਦੇ ਹੁਣ ਉਦਾਹਰਨ ਕਿਹਦੀ ਦਿੱਤੀ, ਕੁੱਤੇ ਦੀ ਦਿੱਤੀ ਹੈ। ਕਹਿੰਦੇ ਦੇਖੋ ਜਿਹੜਾ ਵਫਾਦਾਰ ਕੁੱਤਾ ਹੈ ਉਹ ਉਸ ਬੰਦੇ ਨਾਲੋਂ ਚੰਗਾ ਹੈ ਜੋ ਆਪਣੇ ਮਾਲਕ ਦਾ ਦਰ ਕਦੀ ਵੀ ਨਹੀਂ ਛੱਡਦਾ। ਸੋ ਪਿਆਰੇ ਵਿਦਿਆਰਥੀਓ, ਇਹ ਲੈਸਨ ਬੜਾ ਹੀ ਮੈਨੂੰ ਪਸੰਦ ਆਇਆ, ਬੜਾ ਵਧੀਆ ਸੀਗਾ ਤੇ ਮੈਂ ਆਸ ਕਰਦਾ ਤੁਹਾਨੂੰ ਵੀ ਬੜਾ ਚੰਗਾ ਲੱਗਿਆ ਹੋਵੇਗਾ। ਸਾਨੂੰ ਇਹ ਦੇਖੋ ਜਾਨਵਰ ਜਿਹੜਾ ਕੁੱਤਾ ਹੈ ਇੱਕ ਛੋਟਾ ਜਿਹਾ, ਉਹ ਤੋਂ ਸਾਡੇ ਜੀਵਨ ਦੀ ਸਾਨੂੰ ਕਿੰਨੀ ਵਧੀਆ ਸੇਧ ਮਿਲਦੀ ਹੈ ਕਿ ਸਾਨੂੰ ਵੀ ਆਪਣੇ ਮਾਲਿਕ ਦੇ ਪ੍ਰਤੀ, ਜਿਹਨੇ ਸਾਨੂੰ ਸਰੀਰ ਦਿੱਤਾ ਹੈ, ਜਿਹਨੇ ਸਾਨੂੰ ਸਵਾਸ ਦਿੱਤੇ ਨੇ, ਇੰਨੀਆਂ ਨਿਆਮਤਾਂ ਦਿੱਤੀਆਂ ਹੈ। ਹਾਂਜੀ, ਤੂੰ ਠਾकुर तुम पे अरदास, जियो पिंड सब तेरी रास, तुम मात पिता हम बारिक तेरे, तुमरी ਕਿਰਪਾ ਮੈਂ ਸੂਖ ਘਨੇਰੇ। ਇਹੋ ਜਿਹੇ ਮਾਲਿਕ ਦਾ ਦਰ ਸਾਨੂੰ ਕਦੀ ਵੀ ਨਹੀਂ ਛੱਡਣਾ ਚਾਹੀਦਾ। ਸੋ ਵਫਾਦਾਰੀ ਦਾ ਜਿਹੜਾ ਗੁਣ ਹੈ ਬੜਾ ਵੱਡਾ ਗੁਣ ਹੈ ਜੋ ਸਾਨੂੰ ਕੁੱਤਿਆਂ ਤੋਂ ਸਿੱਖਣਾ ਚਾਹੀਦਾ ਹੈ। ਸੋ ਪਿਆਰੇ ਵਿਦਿਆਰਥੀਓ, ਐਸੀ ਤੁਹਾਡੇ ਇਸ ਲੈਸਨ ਦੀ ਰੀਡਿੰਗ ਅਤੇ ਐਕਸਪਲੇਨੇਸ਼ਨ। ਤੁਸੀਂ ਇਸੇ ਤਰ੍ਹਾਂ ਨੇਮ ਦੇ ਨਾਲ, ਅਨੁਸ਼ਾਸਨ ਦੇ ਨਾਲ ਆਪਣੀ ਪੜ੍ਹਾਈ ਕਰੀ ਚਲੋ ਤੇ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ।